ਸਤਿ ਸ਼੍ਰੀ ਅਕਾਲ ਬੱਚਿਓ, 8ਵੀਂ ਦੀ ਪੰਜਾਬੀ ਦੀ ਜਮਾਤ ਵਿੱਚ ਤੁਹਾਡਾ ਸਵਾਗਤ ਹੈ। ਕੱਲ ਅਸੀਂ 19 ਲੈਸਨ ਕੀਤਾ ਸੀ ਜੋ ਕਿ ਇੱਕ ਕਵਿਤਾ ਸੀ, ਔਰ ਅੱਜ ਅਸੀਂ ਕਰਾਂਗੇ ਲੈਸਨ ਨੰਬਰ 20 ਜੋ ਇੱਕ ਪਾਠ ਹੈ, ਔਰ ਇਹ ਲਿਖਿਆ ਹੈ ਦਰਸ਼ਨ ਸਿੰਘ ਆਸ਼ਟ ਨੇ, ਔਰ ਇਸ ਦਾ ਨਾਮ ਹੈ ਕਿਰਤ ਦਾ ਮੁੱਲ। ਕਿਰਤ ਕੀ ਚੀਜ਼ ਹੁੰਦੀ ਹੈ? 10 ਨੋਹਾਂ ਦੀ ਕਮਾਈ, ਯਾਨੀ ਕਿ ਆਪਣੇ ਹੱਥਾਂ ਨਾਲ ਜਿਹੜੀ ਅਸੀਂ ਕਮਾਈ ਕਰਕੇ ਖਾਂਦੇ ਹਾਂ, ਇਮਾਨਦਾਰੀ ਨਾਲ ਜਿਹੜੀ ਅਸੀਂ ਕਮਾਈ ਕਰਦੇ ਹਾਂ ਉਹਨੂੰ ਅਸੀਂ ਕਹਿੰਦੇ ਹਾਂ ਕਿਰਤ। ਠੀਕ ਹੈ, ਕਿਰਤ ਕਰਨੀ ਔਰ ਉਸ ਦਾ ਮੁੱਲ ਜੋ ਹੈ ਉਹ ਜ਼ਰੂਰ ਪੈਂਦਾ ਹੈ, ਯਾਨੀ ਸਾਡੀ ਇਮਾਨਦਾਰੀ ਦਾ ਮੁੱਲ ਸਾਨੂੰ ਜ਼ਰੂਰ ਮਿਲਦਾ ਹੈ। ਤਾਂ ਇਸ ਪਾਠ ਵਿੱਚ ਵੀ ਇੱਕ ਇਮਾਨਦਾਰ ਮੋਚੀ ਦੀ ਗੱਲ ਕੀਤੀ ਗਈ ਹੈ ਜਿਸ ਨੂੰ ਅਸੀਂ ਅੱਜ ਪੜ੍ਹਾਂਗੇ। ਇਸ ਪਾਠ ਵਿੱਚ ਦੱਸਿਆ ਗਿਆ ਹੈ ਕਿ ਹੱਥੀਂ ਕੀਤੀ ਕਿਰਤ ਦਾ ਮੁੱਲ ਜ਼ਰੂਰ ਪੈਂਦਾ ਹੈ। ਗਰੀਬ ਦਾਸ ਜੋ 10 ਨੋਹਾਂ ਦੀ ਕਿਰਤ ਕਰਕੇ ਖਾਂਦਾ ਸੀ ਤਾਂ ਉਸਨੂੰ ਉਸਦੇ ਇਰਾਦੇ ਤੋਂ ਕੋਈ ਵੀ ਦੁਨੀਆ ਦੀ ਦੌਲਤ ਡੁਲਾ ਨਾ ਸਕੀ। ਉਸਨੂੰ ਇਸ ਦਾ ਮੁੱਲ ਰਾਜੇ ਦੇ ਦਰਬਾਰ ਵਿੱਚੋਂ ਹੀ ਮਿਲਿਆ। ਯਾਨੀ ਅਗਰ ਅਸੀਂ ਵੀ ਇਮਾਨਦਾਰੀ ਨਾਲ ਕਮਾਵਾਂਗੇ, ਆਪਣੇ ਹੱਥਾਂ ਨਾਲ ਕੰਮ ਕਰਕੇ ਖਾਵਾਂਗੇ ਤਾਂ ਕੀ ਹੈ, ਰਾਜਾ ਤਾਂ ਨਹੀਂ ਹੈ ਲੇਕਿਨ ਪਰਮਾਤਮਾ ਜੋ ਹੈ ਉਹ ਸਾਨੂੰ ਸਾਡਾ ਮੁੱਲ ਜ਼ਰੂਰ ਦਿੰਦਾ ਹੈ। ਤਾਂ ਆਓ ਅਸੀਂ ਅੱਜ ਇਹ ਪਾਠ ਪੜ੍ਹਦੇ ਹਾਂ। ਗਰੀਬ ਦਾਸ ਇੱਕ ਮੋਚੀ ਸੀ। ਇਸ ਲੈਸਨ ਦੇ ਵਿੱਚ ਇੱਕ ਇਮਾਨਦਾਰ ਜੋ ਬੰਦਾ ਹੈ ਜੋ ਕਿਰਤ 10 ਨੋਹਾਂ ਦੀ ਕਿਰਤ ਕਰਕੇ ਖਾਂਦਾ ਹੈ, ਉਸਦਾ ਨਾਮ ਹੈ ਗਰੀਬ ਦਾਸ। ਉਹ ਇੱਕ ਪਿੰਡ ਵਿੱਚ ਰਹਿੰਦਾ ਸੀ। ਉਹ ਪੁੱਜ ਕੇ ਇਮਾਨਦਾਰ ਸੀ। ਪੁੱਜ ਕੇ ਮਤਲਬ ਬਹੁਤ ਉੱਚਾ, ਯਾਨੀ ਕਿ ਬਹੁਤ ਹੀ ਜ਼ਿਆਦਾ ਇਮਾਨਦਾਰ ਸੀ ਜਿਸ ਨੂੰ ਕੋਈ ਡੁਲਾ ਨਹੀਂ ਸੀ ਸਕਦਾ। ਉਹ ਹਲੀਮੀ ਵਿੱਚ ਰਹਿਣ ਵਾਲਾ ਬੰਦਾ ਸੀ, ਨਰਮਾਈ ਵਾਲਾ। ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਆਪਣੇ ਕੰਮ ਵਿੱਚ ਜੁਟਿਆ ਰਹਿੰਦਾ ਸੀ। ਇੱਕ ਦਿਨ ਗਰੀਬ ਦਾਸ ਦੇਸ਼ ਦਾ ਰਾਜਾ ਆਪਣੇ ਵਜ਼ੀਰਾਂ ਨਾਲ ਪ੍ਰਜਾ ਦੀ ਖੁਸ਼ਹਾਲੀ ਬਾਰੇ ਚਰਚਾ ਕਰ ਰਿਹਾ ਸੀ। ਬੈਠੇ ਬੈਠੇ ਜ਼ਿਕਰ ਛਿੜ ਪਿਆ ਕਿ ਹੁਣ ਉਸਦੇ ਰਾਜ ਵਿੱਚ ਬੇਈਮਾਨੀ ਪੈਦਾ ਹੋ ਰਹੀ ਹੈ। 10 ਨੋਹਾਂ ਦੀ ਕਿਰਤ ਖਤਮ ਹੁੰਦੀ ਜਾ ਰਹੀ ਹੈ। ਜਦੋਂ ਇਹ ਗੱਲਾਂ ਹੋ ਰਹੀਆਂ ਸੀ ਤਾਂ ਇੱਕ ਮੰਤਰੀ ਨੇ ਕਿਹਾ, ਜਹਾਂ ਪਨਾਹ, ਯਾਨੀ ਕਿ ਰਾਜੇ ਨੂੰ ਕਿਹਾ, ਜੇ ਆਗਿਆ ਹੋਵੇ ਤਾਂ ਛੋਟਾ ਮੂੰਹ ਵੱਡੀ ਗੱਲ ਕਰਨਾ ਚਾਹੁੰਦਾ ਹਾਂ। ਰਾਜੇ ਨੇ ਉਤਸੁਕਤਾ ਨਾਲ ਪੁੱਛਿਆ, ਦੱਸੋ। ਮੰਤਰੀ ਹੌਸਲਾ ਕਰਕੇ ਬੋਲਿਆ, ਮਹਾਰਾਜ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਪ ਦੇ ਰਾਜ ਵਿੱਚ ਬੇਈਮਾਨੀ ਫੈਲਣ ਦੀਆਂ ਖਬਰਾਂ ਸੱਚੀਆਂ ਹਨ, ਪਰ ਇਹ ਬੇਈਮਾਨੀ ਛੋਟੀ ਕਿੱਤਿਆਂ ਵਾਲੇ ਲੋਕ ਘੱਟ ਅਤੇ ਵੱਡੇ ਲੋਕ ਵੱਧ ਕਰ ਰਹੇ ਹਨ। ਛੋਟੇ ਕਿੱਤੇ ਮਤਲਬ ਛੋਟੇ ਕੰਮ ਜਿਹੜੇ ਕਰਦੇ ਹਨ ਲੋਕ, ਉਹ ਇਮਾਨਦਾਰ ਨੇ ਤੇ ਵੱਡੇ ਕੰਮ ਵਾਲੇ ਬੇਈਮਾਨ ਨੇ। ਰਾਜੇ ਨੇ ਪੁੱਛਿਆ, ਗੱਲ ਸਾਫ਼-ਸਾਫ਼ ਕਹੋ ਕਿ ਕੀ ਕਹਿਣਾ ਚਾਹੁੰਦੇ ਹੋ। ਮੰਤਰੀ ਬੋਲਿਆ, ਆਪ ਜੀ ਦੀ ਪ੍ਰਜਾ ਵਿੱਚ ਜਿਹੜੇ ਗਰੀਬ ਲੋਕ ਹਨ ਉਹ ਇਮਾਨਦਾਰ ਹਨ ਅਤੇ 10 ਨੋਹਾਂ ਦੀ ਕਿਰਤ ਵਿੱਚ ਵਿਸ਼ਵਾਸ ਰੱਖਦੇ ਹਨ। ਇਹ ਸਭ ਕੁਝ ਮੈਂ ਆਪਣੀ ਅੱਖਾਂ ਨਾਲ ਦੇਖ ਚੁੱਕਿਆ ਹਾਂ। ਇਸ ਦੀ ਮਿਸਾਲ ਇੱਕ ਮੋਚੀ ਹੈ। ਉਸਦਾ ਨਾਮ ਗਰੀਬ ਦਾਸ ਹੈ, ਇੱਕ ਪਿੰਡ ਵਿੱਚ ਰਹਿੰਦਾ ਹੈ ਅਤੇ ਉਸਦੀ ਇਮਾਨਦਾਰੀ ਦੀ ਚਰਚਾ ਦੂਰ ਦੂਰ ਤੱਕ ਹੈ। ਰਾਜਾ ਖੁਸ਼ ਹੋ ਜਾਂਦਾ ਹੈ ਤੇ ਉਹ ਕਹਿੰਦਾ ਹੈ, ਮੋਚੀ ਦੀ ਇਮਾਨਦਾਰੀ ਮੈਂ ਜ਼ਰੂਰ ਪਰਖਣੀ ਚਾਹਾਂਗਾ ਤੇ ਉਹ ਅੱਜ ਹੀ ਪਰਖਣੀ ਚਾਹਾਂਗਾ। ਰਾਜੇ ਨੇ ਮੰਤਰੀ ਕੋਲੋਂ ਗਰੀਬ ਦਾਸ ਦਾ ਪਤਾ ਠਿਕਾਣਾ ਪੁੱਛਿਆ ਤੇ ਉਸਨੂੰ ਮਿਲਣ ਲਈ ਚਲਾ ਗਿਆ। ਉੱਧਰੋਂ ਗਰੀਬ ਦਾਸ ਦਿਨ ਭਰ ਕੰਮ ਕਰਨ ਤੋਂ ਬਾਅਦ ਆਪਣੇ ਠਿਕਾਣੇ ਤੋਂ ਜਾਣ ਦੀ ਤਿਆਰੀ ਕਰ ਰਿਹਾ ਸੀ। ਚਾਣਚੱਕ ਮਤਲਬ ਅਚਾਨਕ ਉਸ ਕੋਲ ਇੱਕ ਆਦਮੀ ਆਇਆ। ਉਸਨੇ ਇੱਕ ਗਰੀਬ ਆਦਮੀ ਵਾਲਾ ਭੇਸ ਧਾਰਿਆ ਹੋਇਆ ਸੀ। ਭੇਸ ਧਾਰਨਾ ਮਤਲਬ ਨਕਲੀ ਦਾ ਬਨਾਵਟੀ ਭੇਸ ਬਣਾਉਣਾ। ਉਹਨੇ ਖੇਸ ਦੀ ਬੁੱਕਲ ਮਾਰੀ ਹੋਈ ਸੀ ਤੇ ਅਸਲ ਵਿੱਚ ਉਹ ਉਸਦੇ ਦੇਸ਼ ਦਾ ਰਾਜਾ ਸੀ। ਰਾਜਾ ਗਰੀਬ ਦਾਸ ਨਾਲ ਪਹਿਲਾਂ ਤਾਂ ਇੱਧਰ ਉੱਧਰ ਦੀਆਂ ਗੱਲਾਂ ਕਰਦਾ ਰਿਹਾ। ਫਿਰ ਉਸਨੂੰ ਕਹਿਣ ਲੱਗਾ, ਮੈਂ ਜੰਗਲ ਤੋਂ ਪਾਰਲੇ ਇਲਾਕੇ ਦਾ ਚੋਰ ਹਾਂ। ਜੇ ਤੂੰ ਵੀ ਮੇਰੇ ਨਾਲ ਚੋਰੀ ਕਰਨ ਲੱਗ ਪਵੇਂ ਤਾਂ ਮੈਂ ਤੈਨੂੰ ਚੋਰੀ ਕੀਤੇ ਮਾਲ ਵਿੱਚੋਂ ਅੱਧਾ ਹਿੱਸਾ ਦੇ ਦਿਆ ਕਰਾਂਗਾ। ਤੈਨੂੰ ਇਸ ਮੋਚੀ ਪੁਣੇ ਦੇ ਕੰਮ ਵਿੱਚੋਂ ਕੀ ਬਚਦਾ ਹੋਵੇਗਾ? ਸਾਰਾ ਦਿਨ ਸਿਰ ਸੁੱਟ ਕੇ ਜੁੱਤੀਆਂ ਗੰਢਦਾ ਰਹਿਣਾ ਏ। ਸ਼ਾਮ ਤੱਕ ਤੈਨੂੰ ਮਸਾਂ 5-7 ਆਨੇ ਬਚਦੇ ਹੋਣਗੇ। ਮੈਂ ਤਾਂ ਇੱਕ ਰਾਤ ਵਿੱਚ ਹੀ ਸੰਨ ਲਾ ਕੇ ਸੈਂਕੜਿਆਂ ਦਾ ਮਾਲ ਚੁਰਾ ਲਿਆਉਂਦਾ ਹਾਂ। ਇੱਥੋਂ ਤੱਕ ਕਿ ਮੈਂ ਰਾਜੇ ਦੇ ਮਹਿਲ ਨੂੰ ਵੀ ਨਹੀਂ ਬਖਸ਼ਿਆ, ਉੱਥੋਂ ਵੀ ਕੀਮਤੀ ਹਾਰ ਚੁਰਾ ਕੇ ਲੈ ਆਇਆ ਸੀ। ਸੋ ਮੇਰੀ ਮੰਨ, ਮੇਰੇ ਨਾਲ ਮਿਲ ਕੇ ਕੰਮ ਕਰ, ਤੇਰੀ ਗਰੀਬੀ ਖਤਮ ਹੋ ਜਾਵੇਗੀ। ਤੂੰ 2 ਡੰਗ ਦੀ ਚੰਗੀ ਰੋਟੀ ਖਾ ਸਕੇਗਾ। ਗਰੀਬ ਦਾਸ ਨੇ ਗੌਰ ਨਾਲ ਰਾਜੇ ਵੱਲ ਵੇਖਿਆ। ਗੌਰ ਨਾਲ ਮਤਲਬ ਗੌਰ ਨਾਲ, ਹੈਰਾਨੀ ਨਾਲ। ਫਿਰ ਬੜੇ ਧੀਰਜ ਨਾਲ ਬੋਲਿਆ, ਨਾ ਭਾਈ ਨਾ, ਮੈਨੂੰ ਕੀ ਲੋੜ ਹੈ ਚੋਰੀਆਂ ਕਰਨ ਦੀ। ਮੈਨੂੰ ਰੱਬ ਨੇ 2 ਹੱਥ ਕਮਾ ਕੇ ਖਾਣ ਲਈ ਦਿੱਤੇ ਨੇ। ਫਿਰ ਮੈਂ ਕਿਉਂ ਅਜਿਹੇ ਭੈੜੇ ਕੰਮ ਕਰਾਂ ਜਿਸ ਨਾਲ ਜੱਗ ਬਦਨਾਮੀ ਹੋਵੇ, ਯਾਨੀ ਜੱਗ ਵਿੱਚ, ਸੰਸਾਰ ਵਿੱਚ ਮੇਰੀ ਬਦਨਾਮੀ ਹੋਵੇ। ਜਿਹੜਾ ਬੰਦਾ ਮਿਹਨਤ ਕਰਕੇ ਰੋਟੀ ਨਹੀਂ ਕਮਾ ਸਕਦਾ ਉਹ ਜ਼ਿੰਦਗੀ ਵਿੱਚ ਸਫਲ ਨਹੀਂ ਹੋ ਸਕਦਾ। ਮੈਂ ਆਪਣੀ ਮਿਹਨਤ ਕਰਕੇ ਸ਼ਾਮ ਨੂੰ ਜਿੰਨੇ ਪੈਸੇ ਕਮਾਉਂਦਾ ਹਾਂ ਉਹਨਾਂ ਨਾਲ ਹੀ ਸੰਤੁਸ਼ਟ ਹੋ ਜਾਂਦਾ ਹਾਂ। ਚੈਨ ਦੀ ਨੀਂਦ ਸੌਂਦਾ ਹਾਂ, ਨਾ ਕੋਈ ਡਰ ਨਾ ਕੋਈ ਚਿੰਤਾ। ਇਸ ਲਈ ਮੈਨੂੰ ਤੇਰੇ ਨਾਲ ਅਜਿਹਾ ਕੰਮ ਕਰਨਾ ਮਨਜ਼ੂਰ ਨਹੀਂ ਹੈ। ਨੈਕਸਟ ਪੈਰਾ ਹੈ, ਰਾਜੇ ਨੇ ਉਸਨੂੰ ਆਪਣੇ ਨਾਲ ਚੋਰੀ ਕਰਨ ਲਈ ਮਨਾਉਣ ਲਈ ਵਿਉਂਤਾਂ ਘੜੀਆਂ। ਵਿਉਂਤਾਂ ਮਤਲਬ ਕਈ ਯੋਜਨਾਵਾਂ ਬਣਾਈਆਂ, ਪਰ ਉਹ ਟਸ ਤੋਂ ਮਸ ਨਾ ਹੋਇਆ। ਉਹ ਆਪਣੀ ਇਮਾਨਦਾਰੀ ਤੋਂ ਨਾ ਹਿੱਲਿਆ।
ਦਾਲ ਗਲਦੀ ਨਾ ਵੇਖ ਕੇ ਰਾਜਾ ਉਸ ਤੋਂ ਬੜਾ ਪ੍ਰਭਾਵਿਤ ਹੋਇਆ, ਯਾਨੀ ਉਸਦੀ ਇੱਕ ਨਾ ਚੱਲੀ ਉਸਦੇ ਅੱਗੇ। ਸੋਚਣ ਲੱਗਾ ਕਿ ਉਹਦੇ ਮੰਤਰੀ ਨੇ ਜੋ ਉਸਨੂੰ ਦੱਸਿਆ ਸੀ ਉਹ ਠੀਕ ਸੀ। ਰਾਜਾ ਵਾਪਿਸ ਮਹਿਲਾਂ ਵਿੱਚ ਆ ਗਿਆ। ਰਾਜਾ ਅੰਦਰੋਂ ਅੰਦਰ ਹੀ ਖੁਸ਼ ਸੀ, ਪਰ ਅਜੇ ਵੀ ਉਸਦੇ ਮਨ ਵਿੱਚ ਟਿਕਾ ਨਹੀਂ ਸੀ। ਹਜੇ ਵੀ ਉਸਨੂੰ ਲੱਗ ਰਿਹਾ ਸੀ ਵੀ ਇੰਨਾ ਇਮਾਨਦਾਰ ਬੰਦਾ ਨਹੀਂ ਹੋ ਸਕਦਾ ਦੁਨੀਆ 'ਤੇ। ਉਸਨੇ ਰਾਣੀ ਨੂੰ ਇਹ ਗੱਲ ਦੱਸੀ ਤਾਂ ਰਾਣੀ ਬੋਲੀ, ਦੁਨੀਆ ਵਿੱਚ 10 ਨੋਹਾਂ ਦੀ ਕਿਰਤ ਕਰਨ ਵਾਲੇ ਕਦੇ ਭੁੱਖੇ ਨਹੀਂ ਰਹਿ ਸਕਦੇ, ਕਿਉਂਕਿ ਉਹਨਾਂ ਕੋਲ ਸਬਰ ਸੰਤੋਖ ਦੀ ਦੌਲਤ ਹੁੰਦੀ ਹੈ। ਪਰ ਮੇਰੇ ਮਨ ਵਿੱਚ ਅਜੇ ਵੀ ਸ਼ੱਕ ਹੈ। ਰਾਜੇ ਨੇ ਰਾਣੀ ਨੂੰ ਕਿਹਾ। ਰਾਣੀ ਨੇ ਉਤਸੁਕਤਾ ਨਾਲ ਪੁੱਛਿਆ, ਉਹ ਕੀ? ਆਪਣਾ ਸ਼ੱਕ ਦੂਰ ਕਰ ਲੈਣਾ ਚਾਹੀਦਾ ਹੈ। ਰਾਜੇ ਨੇ ਕਿਹਾ, ਮੈਨੂੰ ਇਹ ਸ਼ੱਕ ਹੈ ਕਿ ਉਹ ਮੋਚੀ ਨੇ ਮੈਨੂੰ ਪਛਾਣ ਲਿਆ ਹੈ। ਰਾਣੀ ਨੇ ਕਿਹਾ, ਮੈਂ ਤਾਂ ਪਹਿਲਾਂ ਹੀ ਕਹਿ ਚੁੱਕੀ ਹਾਂ, ਜੇ ਮਨ ਵਿੱਚ ਕੋਈ ਸ਼ੱਕ ਹੈ ਤਾਂ ਉਸਨੂੰ ਦੂਰ ਕਰ ਲੈਣਾ ਚਾਹੀਦਾ ਹੈ। ਤੁਸੀਂ ਉਸਦੀ ਇੱਕ ਵਾਰ ਹੋਰ ਪ੍ਰੀਖਿਆ ਲੈ ਸਕਦੇ ਹੋ। ਰਾਜਾ ਇੱਕਦਮ ਬੋਲਿਆ, ਬਹੁਤ ਵਧੀਆ, ਮੈਂ ਇੱਕ ਵਾਰੀ ਫੇਰ ਉਸਨੂੰ ਪਰਖਾਂਗਾ। ਹੁਣ ਰਾਜੇ ਨੇ ਇੱਕ ਅਮੀਰ ਆਦਮੀ ਦਾ ਭੇਸ ਬਣਾਇਆ। ਉਹਨੇ ਆਪਣੇ ਪੈਰਾਂ ਵਿੱਚ ਕੱਢਵੀਂ ਜੁੱਤੀ, ਕਢਾਈ ਕੀਤੀ ਹੋਈ ਜੁੱਤੀ, ਤਰ੍ਹਾਂ ਤਰ੍ਹਾਂ ਦੇ ਕੀਮਤੀ ਮੋਤੀਆਂ ਨਾਲ ਜੜੀ ਹੋਈ ਜੁੱਤੀ, ਇੱਕ ਪੈਰ ਥੋੜ੍ਹਾ ਟੁੱਟਿਆ ਹੋਇਆ ਸੀ, ਉਹ ਜੁੱਤੀ ਪਾ ਲਈ। ਰਾਜਾ ਮੋਚੀ ਕੋਲ ਆਇਆ ਅਤੇ ਉਸਨੂੰ ਕਹਿਣ ਲੱਗਾ, ਇਹ ਜੁੱਤੀ ਮੇਰੇ ਆਉਂਦੇ ਤੱਕ ਠੀਕ ਕਰ ਦੇਣਾ। ਮੈਂ ਕੋਈ ਜ਼ਰੂਰੀ ਕੰਮ ਜਾ ਰਿਹਾ ਹਾਂ, ਅੱਧੇ ਕੁ ਘੰਟੇ ਪਿੱਛੋਂ ਵਾਪਿਸ ਆ ਜਾਵਾਂਗਾ। ਇੰਨਾ ਕਹਿੰਦਿਆਂ ਹੀ ਰਾਜੇ ਨੇ ਆਪਣੀ ਜੁੱਤੀ ਉਹਨੂੰ ਸੌਂਪ ਦਿੱਤੀ। ਮੋਚੀ ਨੇ ਇੱਕ ਪੁਰਾਣੀ ਜਿਹੀ ਜੁੱਤੀ ਉਸਦੇ ਅੱਗੇ ਰੱਖ ਦਿੱਤੀ। ਰਾਜਾ ਉਹ ਜੁੱਤੀ ਪਾ ਕੇ ਚਲਾ ਗਿਆ। ਰਾਜਾ ਸੋਚਣ ਲੱਗਾ, ਉਹ ਮੋਚੀ ਉਹਦੀ ਕੀਮਤੀ ਜੁੱਤੀ ਲੈ ਕੇ ਦੌੜ ਜਾਵੇਗਾ ਅਤੇ ਇਸ ਤਰ੍ਹਾਂ ਪਤਾ ਲੱਗ ਜਾਏਗਾ ਕਿ ਉਹ ਕਿੰਨਾ ਕੋਈ ਇਮਾਨਦਾਰ ਅਤੇ ਨੇਕ ਹੈ, ਔਰ ਇਹ ਵੀ ਸਪਸ਼ਟ ਹੋ ਜਾਏਗਾ ਕਿ ਉਹ ਕਿਸ ਹੱਦ ਤੱਕ ਆਪਣੇ ਹੱਕ ਦੀ ਕਮਾਈ ਖਾਣ ਵਾਲਾ ਆਦਮੀ ਹੈ। ਨੈਕਸਟ ਪੈਰਾ। ਰਾਜੇ ਨੇ ਗਰੀਬਦਾਸ ਨੂੰ ਅੱਧੇ ਘੰਟੇ ਤੱਕ ਵਾਪਸ ਮੁੜਨ ਬਾਰੇ ਕਿਹਾ ਸੀ, ਪਰ ਸ਼ਾਮ ਹੋ ਗਈ, ਰਾਜਾ ਨਾ ਆਇਆ। ਮੋਚੀ ਨੇ ਰਾਜੇ ਦੀ ਜੁੱਤੀ ਠੀਕ ਕਰਕੇ ਆਪਣੀ ਇੱਕ ਛੋਟੀ ਜਿਹੀ ਪੇਟੀ ਵਿੱਚ ਪਾ ਕੇ ਰੱਖ ਲਈ। ਤੀਜੇ ਦਿਨ ਫਿਰ ਰਾਜਾ ਫਿਰ ਉਹੀ ਭੇਖ ਧਾਰ ਕੇ ਗਰੀਬਦਾਸ ਕੋਲ ਆਇਆ ਅਤੇ ਆਪਣੀ ਜੁੱਤੀ ਦੀ ਮੰਗ ਕਰਨ ਲੱਗਾ। ਮੋਚੀ ਨੇ ਰਾਜੇ ਦੀ ਉਹੀ ਜੁੱਤੀ ਲੱਕੜ ਦੀ ਇੱਕ ਛੋਟੀ ਜਿਹੀ ਪੇਟੀ ਵਿੱਚੋਂ ਕੱਢ ਕੇ ਉਹਦੇ ਅੱਗੇ ਰੱਖ ਦਿੱਤੀ। ਰਾਜਾ ਖੁਸ਼ ਹੋ ਗਿਆ। ਰਾਜੇ ਨੇ ਗਰੀਬਦਾਸ ਦੀਆਂ 2 ਪ੍ਰੀਖਿਆਵਾਂ ਲਈਆਂ ਸੀ, ਯਾਨੀ 2 ਵਾਰੀ ਉਹਨੂੰ ਪਰਖਿਆ ਸੀ, ਉਹ ਦੋਵਾਂ ਵਿੱਚ ਸਫਲ ਹੋਇਆ ਸੀ। ਹੁਣ ਰਾਜੇ ਨੇ ਗਰੀਬਦਾਸ ਦੀ ਤੀਜੀ ਅਤੇ ਅੰਤਿਮ ਪ੍ਰੀਖਿਆ ਲੈਣ ਦੀ ਸੋਚੀ। ਰਾਜੇ ਨੂੰ ਇੱਕਦਮ ਫੁਰਨਾ ਫੁਰਿਆ ਮਤਲਬ ਅੰਦਰੋਂ ਕੋਈ ਗੱਲ ਸੁੱਝੀ, ਕੋਈ ਉਪਾਅ ਸੁੱਝਿਆ। ਉਹਨੇ ਆਪਣੇ ਗਲ ਦੇ ਵਿੱਚੋਂ ਆਪਣੀ ਸੋਨੇ ਦੀ ਜੰਜੀਰੀ ਲਾ ਕੇ ਦਿੰਦਿਆਂ ਕਿਹਾ, ਜੰਜੀਰੀ ਮਤਲਬ ਚੇਨ, ਲੈ ਯਾਰ ਤੇਰੀ ਮਿਹਨਤ। ਨਹੀਂ ਨਹੀਂ ਭਾਈ ਸਾਹਿਬ, ਗਰੀਬਦਾਸ ਬੋਲਿਆ, ਨਹੀਂ ਨਹੀਂ ਭਾਈ ਸਾਹਿਬ, ਮੇਰੀ ਮਿਹਨਤ ਦੀ ਇੰਨੀ ਕੀਮਤ ਨਹੀਂ ਬਣਦੀ। ਮੇਰੀ ਮਿਹਨਤ ਤਾਂ ਸਿਰਫ 2 ਆਨੇ ਹੀ ਬਣਦੀ ਹੈ ਅਤੇ ਮੈਨੂੰ ਕੇਵਲ 2 ਆਨੇ ਹੀ ਚਾਹੀਦੇ ਹਨ। ਮੋਚੀ ਨੇ ਉਹਦੀ ਸੋਨੇ ਦੀ ਜੰਜੀਰੀ ਉਹਨੂੰ ਵਾਪਿਸ ਕਰਦਿਆਂ ਕਿਹਾ। ਰਾਜੇ ਨੇ ਉਹਦੇ ਕੋਲੋਂ ਆਪਣੀ ਸੋਨੇ ਦੀ ਜੰਜੀਰੀ ਲੈ ਲਈ ਅਤੇ ਉਹਨੂੰ ਆਪਣੀ ਜੇਬ ਵਿੱਚੋਂ 2 ਆਨੇ ਕੱਢ ਕੇ ਦੇ ਦਿੱਤੇ। ਅਗਲੇ ਦਿਨ ਗਰੀਬਦਾਸ ਜੁੱਤੀਆਂ ਗੰਢਣ ਵਿੱਚ ਮਸਤ ਸੀ। ਚਾਣਚੱਕ ਹੀ ਰਾਜੇ ਦੇ ਸਿਪਾਹੀ ਉਹਦੇ ਅੱਗੇ ਆ ਕੇ ਖੜ੍ਹੇ ਹੋ ਗਏ। ਉਹਨਾਂ ਨੂੰ ਇੱਕ ਹੁਕਮ ਸੀ। ਅਚਾਨਕ ਜੋ ਸੀ ਰਾਜੇ ਦੇ ਸਿਪਾਹੀ ਉਹਦੇ ਅੱਗੇ ਆ ਕੇ ਖੜ੍ਹੇ ਹੋ ਗਏ ਸੀ। ਉਹਨਾਂ ਨੂੰ ਇੱਕ ਹੁਕਮ ਦਿੱਤਾ ਹੋਇਆ ਸੀ ਕਿ ਉਹ ਬੜੇ ਇੱਜ਼ਤ ਮਾਣ ਨਾਲ ਗਰੀਬਦਾਸ ਨੂੰ ਮਹਿਲ ਵਿੱਚ ਲਿਆਉਣ। ਸਿਪਾਹੀ ਗਰੀਬਦਾਸ ਨੂੰ ਮਹਿਲਾਂ ਵਿੱਚ ਲੈ ਆਏ। ਉਹਨੂੰ ਆਪਣੇ ਮਹਿਲ ਵਿੱਚ ਆਉਂਦਿਆਂ ਵੇਖ ਕੇ ਰਾਜਾ ਆਪਣੇ ਸਿੰਘਾਸਨ ਤੋਂ ਉੱਠ ਖਲੋਤਾ। ਉਹਨੂੰ ਗੱਲ ਨਾਲ ਲਾ ਲਿਆ। ਗਰੀਬਦਾਸ ਨੂੰ ਇਹ ਭੇਦ ਸਮਝ ਨਾ ਆਇਆ। ਰਾਜਾ ਉਸਨੂੰ ਇੱਕ ਵਿਸ਼ੇਸ਼ ਕਮਰੇ ਵਿੱਚ ਲੈ ਗਿਆ। ਉਸਨੂੰ ਉਹਨਾਂ ਸਾਰੀਆਂ ਘਟਨਾਵਾਂ ਤੋਂ ਜਾਣੂ ਕਰਵਾਇਆ ਜਿਹੜੀਆਂ ਉਹਨੇ ਮੋਚੀ ਨਾਲ ਭੇਸ ਬਦਲ ਕੇ ਗੁਪਤ ਢੰਗ ਨਾਲ ਕੀਤੀਆਂ ਸੀ। ਜਦੋਂ ਗਰੀਬਦਾਸ ਨੂੰ ਇਹ ਸਭ ਕੁਝ ਸਮਝ ਆਇਆ ਤਾਂ ਉਹਦੇ ਹੱਥ ਰਾਜੇ ਅੱਗੇ ਜੁੜ ਗਏ। ਰਾਜੇ ਨੇ ਗਰੀਬਦਾਸ ਨੂੰ ਆਪਣੇ ਮਹਿਲ ਵਿੱਚ ਹੀ ਸਦਾ ਲਈ ਰਹਿਣ ਦੀ ਪੇਸ਼ਕਸ਼ ਕੀਤੀ, ਯਾਨੀ ਉਸਨੂੰ ਕਿਹਾ ਕਿ ਤੂੰ ਸਦਾ ਹੀ ਇੱਥੇ ਰਹਿ ਮਹਿਲ ਦੇ ਵਿੱਚ। ਪਰ ਉਸਨੇ ਬੜੀ ਨਿਮਰਤਾ ਨਾਲ ਕਿਹਾ, ਮਹਾਰਾਜ ਮੈਨੂੰ ਮਾਫ਼ ਕਰੋ, ਕਿਉਂਕਿ ਮੈਨੂੰ ਆਪਣਾ ਕੰਮ ਬਹੁਤ ਹੀ ਪਿਆਰਾ ਹੈ। ਮੈਂ ਆਪਣੇ ਕੰਮ ਰਾਹੀਂ ਲੋਕਾਂ ਦੀ ਸੇਵਾ ਕਰਕੇ ਹੀ ਹੱਕ ਦੀ ਕਮਾਈ ਜੋ ਹੈ ਖਾਣਾ ਚਾਹੁੰਦਾ ਹਾਂ। 10 ਨੋਹਾਂ ਦੀ ਕਿਰਤ ਵਿੱਚੋਂ ਮੈਨੂੰ ਬਹੁਤ ਬਰਕਤ ਮਿਲੀ ਹੈ। ਜਿੰਨਾ ਸੁੱਖ ਮੈਨੂੰ ਆਪਣੀ ਕਿਰਤ 'ਚੋਂ ਮਿਲਿਆ ਹੈ ਉਹ ਮੈਂ ਬਿਆਨ ਨਹੀਂ ਕਰ ਸਕਦਾ, ਇਸ ਲਈ ਕਿਰਪਾ ਕਰਕੇ। ਰਾਜਾ ਬਹੁਤ ਖੁਸ਼ ਹੋਇਆ। ਫਿਰ ਭਰੀ ਸਭਾ ਵਿੱਚ ਰਾਜੇ ਨੇ ਗਰੀਬਦਾਸ ਨੂੰ ਭਾਰੀ ਇਨਾਮ ਦੇ ਕੇ ਖੁਸ਼ੀ ਖੁਸ਼ੀ ਵਿਦਾ ਕਰਦਿਆਂ ਕਿਹਾ, ਜਿਹੜਾ ਆਦਮੀ ਮਿਹਨਤ ਅਤੇ 10 ਨੋਹਾਂ ਦੀ ਕਿਰਤ ਕਰਦਾ ਹੋਵੇ ਉਹ ਗਰੀਬਦਾਸ ਨਹੀਂ, ਅਮੀਰਦਾਸ ਹੈ। ਤੁਸੀਂ ਮੇਰੀ ਪਰਜਾ ਦੇ ਹੀਰੋ ਹੋ, ਤੁਸੀਂ ਦਿਲ ਦੇ ਅਮੀਰ ਹੋ, ਮੈਂ ਤੁਹਾਨੂੰ ਨਮਸਕਾਰ ਕਰਦਾ ਹਾਂ। ਗਰੀਬਦਾਸ ਘਰ ਪਰਤਿਆ ਤਾਂ ਉਸਦੀ ਜੈ ਜੈਕਾਰ ਦੀਆਂ ਧੂਮਾਂ ਪੈ ਰਹੀਆਂ ਸਨ, ਯਾਨੀ ਕਿ ਜੋ ਉਸਦੀ ਇਮਾਨਦਾਰੀ ਸੀ ਉਹ ਇੰਨੀ ਫੇਮਸ ਹੋ ਚੁੱਕਿਆ ਸੀ, ਮਸ਼ਹੂਰ ਹੋ ਚੁੱਕਿਆ ਸੀ ਕਿ ਲੋਕ ਜੋ ਨੇ ਉਸਦੀ ਜੈ ਜੈਕਾਰ ਕਰ ਰਹੇ ਸੀ। ਆਈ ਹੋਪ ਤੁਹਾਨੂੰ ਜੋ ਪਾਠ ਹੈ, ਲੈਸਨ ਹੈ, ਇਹ ਸਮਝ ਆ ਗਿਆ ਹੋਏਗਾ। ਔਰ ਇਹ ਲਿਖਿਆ ਹੈ ਦਰਸ਼ਨ ਸਿੰਘ ਆਸ਼ਟ ਨੇ। ਔਖੇ ਸ਼ਬਦਾਂ ਦੇ ਅਰਥ ਇੱਕ ਵਾਰੀ ਤੁਸੀਂ ਪੜ੍ਹ ਲੈਣਾ ਔਰ ਇੱਕ ਵਾਰੀ ਲੈਸਨ ਨੂੰ ਵੀ ਜ਼ਰੂਰ ਪੜ੍ਹਨਾ। ਬਹੁਤ ਸੋਹਣੀ ਕਹਾਣੀ ਹੈ।
ਕਿ ਇੱਕ ਰਾਜਾ ਜੋ ਹੈ ਇਮਾਨਦਾਰੀ ਦੀ 3 ਵਾਰੀ ਪ੍ਰੀਖਿਆ ਲੈਂਦਾ ਹੈ ਉਸਦੀ, ਪਰ ਉਹ ਜੋ ਇਨਸਾਨ ਹੈ ਆਪਣੀ ਇਮਾਨਦਾਰੀ ਤੋਂ ਨਹੀਂ ਡੋਲਦਾ। ਤਾਂ ਅੱਜ ਦਾ ਬਸ ਇਹੀ ਕੰਮ ਹੈ ਤੁਹਾਡਾ ਕਿ ਇਸ ਲੈਸਨ ਨੂੰ ਤੁਸੀਂ ਦੁਬਾਰਾ ਰੀਡ ਕਰੋਗੇ, ਔਰ ਮੈਂ ਕੁਐਸਚਨ ਆਨਸਰਸ ਦੀ ਪਿਕ ਤੁਹਾਨੂੰ ਭੇਜ ਰਹੀ ਹਾਂ, ਛੋਟੇ ਕੁਐਸਚਨ ਆਨਸਰ ਦੀ। ਅੱਜ ਤੁਸੀਂ ਉਹੀ ਲਿਖ ਲੈਣਾ, ਕੱਲ੍ਹ ਵੱਡੇ ਕੁਐਸਚਨ ਆਨਸਰ ਦੀ ਜੋ ਹੈ ਪਿਕ ਭੇਜਾਂਗੀ ਤੁਹਾਨੂੰ, ਫਿਰ ਤੁਸੀਂ ਵੱਡੇ ਕਰ ਲੈਣਾ। ਠੀਕ ਹੈ, ਧੰਨਵਾਦ।